मॉर्निंग स्टूडेंट्स। अज आपां प्लस 2 का मैथ का टॉपिक डिफरेंशिएबिलिटी और डेरिवेटिव्स जिन्होंने आपां बोलते हैं ਉਹਦੇ ਬਾਰੇ ਗੱਲ ਕਰਾਂਗੇ। ਵੈਰੀ ਇੰਪੋਰਟੈਂਟ ਟੌਪਿਕ ਤੁਹਾਡਾ ਜਿਹੜਾ ਪਲੱਸ 2 ਦਾ ਇਹ ਕਹ ਲਓ ਕਿ 50% ਤੋਂ ਵੱਧ ਜਿਹੜਾ ਸਿਲੇਬਸ ਹੈ ਇਸ ਟੌਪਿਕ ਦੇ ਨਾਲ ਰਿਲੇਟਡ ਹੈ। ਠੀਕ ਹੈ, ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਡਿਫਰੈਂਸ਼ੀਏਬਿਲਿਟੀ ਹੁੰਦੀ ਕੀ ਆ, ਡੈਰੀਵੇਟਿਵ ਹੁੰਦਾ ਕੀ ਆ। ਡੈਰੀਵੇਟਿਵ ਨੂੰ ਜੇ ਸਿੰਪਲ ਭਾਸ਼ਾ ਦੇ ਵਿੱਚ ਗੱਲ ਕਰਨਾ ਹੋਵੇ ਕਿ ਡੈਰੀਵੇਟਿਵ ਜਾਂ ਡਿਫਰੈਂਸ਼ੀਏਬਿਲਿਟੀ ਉਹ ਟੌਪਿਕ ਉਹ ਟਰਮ ਆ ਜਿਹੜੀ ਕਿ ਜਿਹਦੀ ਵੈਲਿਊ ਇੱਕ ਟਰਮ ਦੀ ਵੈਲਿਊ ਕਿਸੇ ਦੂਜੀ ਟਰਮ ਦੀ ਵੈਲਿਊ ਤੇ ਡਿਪੈਂਡ ਕਰਦੀ ਹੈ। ਇੱਕ ਟਰਮ ਦੀ ਵੈਲਿਊ ਕਿਸੇ ਦੂਜੀ ਟਰਮ ਦੀ ਵੈਲਿਊ ਤੇ ਡਿਪੈਂਡ ਕਰਦੀ ਹੈ। ਕਹਿਣ ਦਾ ਭਾਵ ਐਗਜ਼ਾਮਪਲ ਦੇ ਤੌਰ ਤੇ ਦੇਖ ਲੈਂਦੇ ਆ ਕਿ ਮੰਨ ਲਓ ਜਿਸ ਤਰ੍ਹਾਂ ਤੁਸੀਂ ਇੱਕ ਟਰਮ ਆ ਤੇ ਮੈਂ ਇੱਕ ਟਰਮ ਆ। ਠੀਕ ਹੈ, ਮੇਰੀ ਜਿਹੜੀ ਨੌਲੇਜ ਆ ਮੈਥ ਨੂੰ ਲੈ ਕੇ, ਮੇਰੀ ਜਿਹੜੀ ਨੌਲੇਜ ਆ ਉਸ ਨੌਲੇਜ ਤੇ ਡਿਪੈਂਡ ਕਰੇਗੀ ਤੁਹਾਡੀ ਨੌਲੇਜ। ਜੇ ਹੁਣ ਮੈਨੂੰ ਪ੍ਰੋਪਰ ਨੌਲੇਜ ਹੋਏਗੀ, ਮੈਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਮਝਾ ਸਕੂੰਗਾ, ਤਾਂ ਫਿਰ ਇਹਦਾ ਮਤਲਬ ਕੀ ਹੈ ਕਿ ਉਹ ਟੌਪਿਕ ਜਿਹੜਾ ਹੈ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਕਲੀਅਰ ਕੀਤਾ ਜਾ ਸਕਦਾ ਆ। ਪਰ ਜੇ ਮੈਨੂੰ ਉਹਦੀ ਨੌਲੇਜ ਘੱਟ ਆ ਤੇ ਇਹਦਾ ਮਤਲਬ ਤੁਹਾਨੂੰ ਵੀ ਉਹਦੀ ਨੌਲੇਜ ਫਿਰ ਘੱਟ ਮਿਲਣੀ ਆ। ਓਕੇ, ਇਸ ਤਰ੍ਹਾਂ ਸਿੰਪਲ ਭਾਸ਼ਾ ਦੇ ਵਿੱਚ ਜੇ ਆਪਾਂ ਗੱਲ ਕਰਨੀ ਹੋਵੇ ਤਾਂ ਡੈਰੀਵੇਟਿਵ ਜਿਹੜੇ ਆ ਉਹ ਕੀ ਹੁੰਦੇ ਆ, ਰੇਟ ਆਫ ਚੇਂਜ, ਰੇਟ ਆਫ ਚੇਂਜ, ਰੇਟ ਆਫ ਚੇਂਜ ਮਤਲਬ ਕਿਸੇ ਟਰਮ ਦਾ ਰੇਟ ਆਫ ਚੇਂਜ ਵਿਦ ਰਿਸਪੈਕਟ ਟੂ ਕਿਸੇ ਦੂਜੀ ਟਰਮ। ਰੇਟ ਆਫ ਚੇਂਜ ਮਤਲਬ ਕਿ ਜਿਸ ਤਰ੍ਹਾਂ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਸਲੋਪ ਬਾਰੇ ਤੁਸੀਂ ਪਲੱਸ 1 ਦੇ ਵਿੱਚ ਪੜਿਆ ਹੋਇਆ, x ਐਕਸਿਸ ਹੁੰਦੀ ਹੈ, ਇੱਧਰ y ਐਕਸਿਸ ਹੁੰਦੀ ਹੈ, ਆ ਉਹਦੀ ਸਲੋਪ ਆ। ਇੱਥੇ ਮੈਂ ਕੋਈ ਪੁਆਇੰਟ ਲੈ ਲਿਆ, ਇੱਥੇ ਜਦੋਂ ਪੁਆਇੰਟ ਲਿਆ ਉਹਦੀ ਮੰਨ ਲਓ ਜਿਹੜੀ x ਐਕਸਿਸ ਵੱਲ ਨੂੰ ਜਿਹੜੀ ਵੈਲਿਊ ਆ ਤੇ y ਐਕਸਿਸ ਵੱਲ ਨੂੰ ਵੈਲਿਊ ਆ ਉਹ ਕੀ ਆ, x ਐਕਸਿਸ ਵੱਲ ਨੂੰ ਕਿੰਨੀ ਆ ਡੈਲਟਾ x ਤੇ y ਐਕਸਿਸ ਵੱਲ ਨੂੰ ਕੀ ਆ ਡੈਲਟਾ y। ਤਾਂ ਫਿਰ ਤੁਹਾਡਾ ਜਿਹੜਾ ਡੈਰੀਵੇਟਿਵ ਆ, ਡੈਰੀਵੇਟਿਵ ਉਹ ਕੀ ਹੋਏਗਾ ਡੈਲਟਾ x ਓਵਰ ਡੈਲਟਾ y ਓਵਰ ਡੈਲਟਾ x लिमिट x टेंड्स टू डेल्टा x टेंड्स टू 0। आ चीज है मतलब रेट ऑफ चेंज डेल्टा x टेंड्स टू 0 मतलब ज्यादा चेंज नहीं, ਤਾਂ ਫਿਰ ਇਹਨੂੰ ਅਸੀਂ ਕਿਹਦੇ ਵਿੱਚ ਕਨਵਰਟ ਕਰ ਸਕਦੇ ਹਾਂ dy by dx ਦੇ ਵਿੱਚ। ਮਤਲਬ y ਦਾ ਚੇਂਜ ਵਿਦ ਰਿਸਪੈਕਟ ਟੂ ਕਿਹਦੇ x ਦੇ, ਉਹਨੂੰ ਅਸੀਂ ਬੋਲਦੇ ਹਾਂ ਡਿਫਰੈਂਸ਼ੀਏਬਿਲਿਟੀ। ਹੁਣ ਡਿਫਰੈਂਸ਼ੀਏਬਿਲਿਟੀ ਦਾ ਅਸੀਂ ਯੂਜ਼ ਕਿੱਥੇ ਕਰ ਸਕਦੇ ਹਾਂ, ਯੂਜ਼ ਅਸੀਂ ਰੇਟ ਆਫ ਚੇਂਜ ਹੁਣੇ ਆਪਾਂ ਗੱਲ ਕਰਕੇ ਹਟੇ ਆ, ਸੇਲ ਕੈਲਕੂਲੇਟ ਕਰਨ ਦੇ ਲਈ, ਕਾਸਟ ਕੈਲਕੂਲੇਟ ਕਰਨ ਦੇ ਲਈ। ਠੀਕ ਹੈ, ਕਿਸੇ ਫੰਕਸ਼ਨ ਦੀ ਮੈਕਸਿਮਮ ਵੈਲਿਊ ਜਾਂ ਮਿਨੀਮਮ ਵੈਲਿਊ ਫਾਈਂਡ ਕਰਨ ਦੇ ਲਈ, ਇਹ ਚੈੱਕ ਕਰਨ ਦੇ ਲਈ ਕਿ ਉਸ ਪਾਰਟਿਕੂਲਰ ਵੈਲਿਊ ਦੇ ਉੱਤੇ ਉਹ ਫੰਕਸ਼ਨ ਜਿਹੜਾ ਮੈਕਸਿਮਮ ਆ ਜਾਂ ਮਿਨੀਮਮ ਆ ਉਹ ਕੈਲਕੂਲੇਟ ਕਰਨ ਦੇ ਲਈ। ਇਸ ਤੋਂ ਇਲਾਵਾ ਇਨਕਰੀਜ਼ਿੰਗ ਔਰ ਡਿਕਰੀਜ਼ਿੰਗ, ਠੀਕ ਆ, ਅਪਰੋਕਸੀਮੇਟ ਵੈਲਿਊ ਫਾਈਂਡ ਕਰਨ ਦੇ ਲਈ ਬਹੁਤ ਸਾਰੇ ਟੌਪਿਕਸ ਹੈਗੇ ਆ, ਲੋਟਸ ਆਫ ਟੌਪਿਕਸ ਜਿਹਨਾਂ ਨੂੰ ਡਿਸਕਸ ਕਰ ਸਕਦੇ ਆ ਵਿਦ ਦਾ ਹੈਲਪ ਆਫ ਡਿਫਰੈਂਸ਼ੀਏਬਿਲਿਟੀ। ਠੀਕ ਹੈ, ਇਹ ਤਾਂ ਸੀਗਾ ਚਲੋ ਡਿਫਰੈਂਸ਼ੀਏਬਿਲਿਟੀ ਦਾ ਜੋ ਥੋੜੀ ਜਿਹੀ ਇੰਟਰੋਡਕਸ਼ਨ। ਹੁਣ ਆਪਾਂ ਕਰਦੇ ਆ ਇਹਨਾਂ ਦੇ ਫਾਰਮੂਲੇ। ਫਾਰਮੂਲੇ ਜਿਹੜੇ ਆ ਤੁਸੀਂ ਪਲੱਸ 1 ਦੇ ਵਿੱਚ ਬਹੁਤ ਸਾਰੇ ਫਾਰਮੂਲੇ ਕੀਤੇ ਹੋਏ ਆ। ਉਹਨਾਂ ਫਾਰਮੂਲਿਆਂ ਦੇ ਵਿੱਚੋਂ ਜਦੋਂ ਵੀ ਅਸੀਂ ਡੈਰੀਵੇਟਿਵ ਲਿਖਣਾ ਉਹਨੂੰ ਹਮੇਸ਼ਾ ਰਿਪਰੈਜ਼ੈਂਟ ਕਿੱਦਾਂ ਕਰਨਾ dy by dx, ਮਤਲਬ y ਦਾ ਚੇਂਜ ਵਿਦ ਰਿਸਪੈਕਟ ਟੂ ਕਿਹਦੇ ਆ x। y ਕੋਈ x ਦਾ ਫੰਕਸ਼ਨ ਆ, ਜੇ ਕੋਈ y x ਦਾ ਫੰਕਸ਼ਨ ਆ ਮਤਲਬ x ਦੀ ਪਾਵਰ n ਆ, ਤਾਂ ਤੁਸੀਂ ਇਹਦਾ ਡੈਰੀਵੇਟਿਵ ਕੀ ਲਿਖ ਸਕਦੇ ਆ dy by dx ਜਿਹੜਾ ਆ ਉਹ ਕਿਹਦੇ ਇਕੁਅਲ ਹੋਊਗਾ x n ਅੱਗੇ ਆ ਜਾਣਾ, ਪਾਵਰ ਅੱਗੇ, ਤੇ x ਦੀ ਪਾਵਰ n - 1 ਇੱਕ ਪਾਵਰ ਘਟ ਜਾਣੀ। ਇਹ ਰੂਲ ਜਿਹੜਾ ਤੁਸੀਂ ਜ਼ਿਆਦਾਤਰ ਯੂਜ਼ ਕਰਦੇ ਜਿਹਨੂੰ ਅਸੀਂ ਪਾਵਰ ਰੂਲ ਬੋਲਦੇ ਆ। ਠੀਕ ਹੈ, ਹੁਣ ਮੈਂ ਕੁਝ ਫਾਰਮੂਲੇ ਲਿਖਾਂਗਾ ਤੇ ਉਹ ਤੁਸੀਂ ਯਾਦ ਕਰਦੇ ਆ। ਡੈਰੀਵੇਟਿਵ ਆਫ ਕਾਂਸਟੈਂਟ ਟਰਮ ਉਹ ਕਿਹਦੇ ਇਕੁਅਲ ਹੋਊਗਾ 0 ਦੇ। ਦੱਸਣਾ ਕਿਉਂ 0 ਦੇ ਇਕੁਅਲ ਆ। ਡੈਰੀਵੇਟਿਵ ਆਫ x ਦੀ ਪਾਵਰ n, n ਅੱਗੇ x ਦੀ ਪਾਵਰ n - 1 डेरिवेटिव ऑफ
log x ਉਹਦਾ ਕੀ ਹੋਊਗਾ 1/x। ਬੇਸਿਕਲੀ mod x ਹੁੰਦਾ ਆ, mod ਦਾ ਮਤਲਬ ਜਸਟ ਇਹੀ ਹੁੰਦਾ ਕਿ a ਪਲੱਸ ਦੇ ਆ, ਠੀਕ ਆ, 1/x ਲਿਖ ਸਕਦੇ ਆ। ਡੈਰੀਵੇਟਿਵ ਆਫ e ਦੀ ਪਾਵਰ x ਕੀ ਹੋਊਗਾ e ਦੀ ਪਾਵਰ x ਹੀ। ਡੈਰੀਵੇਟਿਵ ਆਫ ਦੋ ਫੰਕਸ਼ਨ ਜਿਹੜੇ ਆਪਸ ਦੇ ਵਿੱਚ ਪਲੱਸ ਔਰ ਮਾਈਨਸ ਹੋ ਰਹੇ ਆ, ਫੰਕਸ਼ਨ ਜਿਹੜੇ ਆ ਆਪਸ ਦੇ ਵਿੱਚ ਪਲੱਸ ਔਰ ਮਾਈਨਸ ਹੋ ਰਹੇ ਆ, ਤਾਂ ਉਹਨਾਂ ਦਾ ਡੈਰੀਵੇਟਿਵ ਕੀ ਹੋਊਗਾ, ਕੱਲੇ ਕੱਲੇ ਤੇ ਡੈਰੀਵੇਟਿਵ ਮੂਵ ਕਰ ਜਾਏਗਾ। ਵਿਚਕਾਰ ਜੋ ਵੀ ਸਾਈਨ ਸੀਗਾ ਪਹਿਲਾਂ, ਜੇ ਪਲੱਸ ਦਾ ਸੀਗਾ ਤਾਂ ਪਲੱਸ ਲੱਗ ਜਾਏਗਾ, ਜੇ ਮਾਈਨਸ ਸੀਗਾ ਤਾਂ ਮਾਈਨਸ ਲੱਗ ਜਾਏਗਾ। ਇਦਾਂ ਹੀ ਡੈਰੀਵੇਟਿਵ ਆਫ ਜੇ ਦੋ ਫੰਕਸ਼ਨ ਆਪਸ ਦੇ ਵਿੱਚ ਮਲਟੀਪਲਾਈ ਹੋ ਰਹੇ ਆ ਤਾਂ ਉਹਨਾਂ ਤੇ ਨਹੀਂ ਇਹ ਕਨਸੈਪਟ ਲੱਗਣਾ, ਉਹਨਾਂ ਦੇ ਉੱਤੇ ਫਿਰ ਲੱਗਦਾ ਹੁੰਦਾ ਆ ਪ੍ਰੋਡਕਟ ਰੂਲ ਜਿਹੜਾ ਇਹਦਾ, u as it is derivative of b plus b as it is derivative of u। derivative of u ਔਰ ਇਸ ਨੂੰ ਸਭ ਤੋਂ ਸੌਖੇ ਤਰੀਕੇ ਨਾਲ ਕਿੱਦਾਂ ਯਾਦ ਕੀਤਾ ਜਾ ਸਕਦਾ ਆ ਇਸ ਟੌਪਿਕ ਨੂੰ, ਜਿਹੜਾ ਇਹ ਵਾਲਾ ਫਾਰਮੂਲਾ ਆ ਉਹਨੂੰ ਤੁਸੀਂ ਫਸਟ ਫੰਕਸ਼ਨ ਇਨਟੂ ਸੈਕਿੰਡ ਫੰਕਸ਼ਨ ਦੇ ਅਕੋਰਡਿੰਗ ਯਾਦ ਕਰਦੇ ਆ। ਕੀ ਹੁੰਦਾ ਆ ਫਸਟ ਫੰਕਸ਼ਨ ਐਜ਼ ਇਟ ਇਜ਼ ਡੈਰੀਵੇਟਿਵ ਆਫ ਸੈਕਿੰਡ ਪਲੱਸ ਸੈਕਿੰਡ ਐਜ਼ ਇਟ ਇਜ਼ ਡੈਰੀਵੇਟਿਵ ਆਫ ਫਸਟ। ਓਕੇ, ਇਦਾਂ ਜੇ ਫੰਕਸ਼ਨ ਡਿਵਾਈਡ ਚ ਆ u ਓਵਰ v ਆ ਤਾਂ ਫਿਰ ਤੁਸੀਂ ਉਹਦੇ ਤੇ ਕੀ ਲਾ ਸਕਦੇ ਆ, ਬਟੇ ਵਾਲੀ ਜਿਹੜੀ ਟਰਮ ਉਹਦਾ ਸਕੁਅਰ, ਬਟੇ ਵਾਲੀ ਏਦਾਂ ਹੀ ਡੈਰੀਵੇਟਿਵ ਉੱਪਰ ਵਾਲੀ ਟਰਮ ਦਾ, ਇੱਥੇ ਵਿਚਕਾਰ ਕਿਹੜਾ ਸਾਈਨ ਆਣਾ ਮਾਈਨਸ ਦਾ, ਉਹਦੇ ਵਿੱਚ ਕਿਹੜਾ ਸਾਈਨ ਆਇਆ ਸੀ ਪਲੱਸ ਦਾ, ਇਹਦੇ ਵਿਚਕਾਰ ਕਿਹੜਾ ਸਾਈਨ ਆਇਆ ਮਾਈਨਸ ਦਾ, ਤੇ ਇੱਥੇ ਉੱਪਰ ਵਾਲੀ ਟਰਮ ਏਦਾਂ ਹੀ ਡੈਰੀਵੇਟਿਵ ਨੀਚੇ ਵਾਲੀ ਟਰਮ ਦਾ। ਇੰਨਾ ਖਿਆਲ ਰੱਖਣਾ d ਓਵਰ dx ਜ਼ਰੂਰ ਲਿਖਣਾ ਆ। ਡੈਰੀਵੇਟਿਵ ਦਾ ਜਿਹੜਾ ਬੇਸਿਕਲੀ ਚੇਂਜ ਆ, ਮਤਲਬ d ਓਵਰ dx ਦੇ ਨਾਲ dx ਜ਼ਰੂਰੀ ਨਹੀਂ ਹੈਗਾ ਕਿ ਵਟੇ ਦੇ ਵਿੱਚ dx ਹੀ ਹੋਵੇ, ਮਤਲਬ ਇੱਥੇ dy by dx ਵੀ ਹੋ ਸਕਦਾ, dy by d ਥੀਟਾ ਵੀ ਹੋ ਸਕਦਾ, dy by dt ਵੀ ਹੋ ਸਕਦਾ, dy by du ਵੀ ਹੋ ਸਕਦਾ। ਉਹ ਡਿਪੈਂਡ ਕਰਦਾ ਕਿ ਤੁਸੀਂ ਫੰਕਸ਼ਨ ਨੂੰ ਕਿਸ ਦੇ ਵਿਦ ਰਿਸਪੈਕਟ ਟੂ ਡੈਰੀਵੇਟਿਵ ਕੱਢ ਰਹੇ ਆ, ਠੀਕ ਆ। ਇਹ ਤਾਂ ਸੀਗੇ ਕੁਝ ਜਿਹੜੇ ਸਿੰਪਲ ਰੂਲ ਜਿਹੜੇ ਤੁਸੀਂ ਕਰਦੇ ਆ। ਇਹਨਾਂ ਦੇ ਵਿੱਚ ਇੱਕ ਹੋਰ ਰੂਲ ਹੁੰਦਾ ਆ ਜੋ ਤੁਸੀਂ +1 ਦੇ ਵਿੱਚ ਕੀਤਾ, a ਦੀ ਪਾਵਰ x, ਜਿੱਦਾਂ e ਦੀ ਪਾਵਰ x ਆ ਉਦਾਂ a ਦੀ ਪਾਵਰ x ਦਾ ਰੂਲ ਹੁੰਦਾ। ਉਹ ਕੀ ਹੁੰਦਾ, a ਦੀ ਪਾਵਰ x ਇੱਥੇ ਰਹਿ ਜਾਣਾ, ਇਨਟੂ ਨਾਲ ਕੀ ਆ ਜਾਣਾ log of a, log a। ਇਹ ਫਾਰਮੂਲੇ ਆ ਕੁਝ ਜਿਹੜੇ ਤੁਸੀਂ ਯਾਦ ਰੱਖਣੇ ਆ। ਹੁਣ ਆਪਾਂ ਗੱਲ ਕਰਦੇ ਕਿ ਕਾਂਸਟੈਂਟ ਦਾ ਡੈਰੀਵੇਟਿਵ ਜਿਹੜਾ 0 ਕਿਉਂ ਆਇਆ, ਕਾਂਸਟੈਂਟ ਦਾ ਡੈਰੀਵੇਟਿਵ 0 ਕਿਉਂ ਆ, ਕਿਉਂ ਆਪਾਂ ਲਿਖਦੇ ਹਾਂ ਕਿ ਕਾਂਸਟੈਂਟ ਦਾ ਡੈਰੀਵੇਟਿਵ 0 ਆ। ਡੈਰੀਵੇਟਿਵ ਆਫ ਕਾਂਸਟੈਂਟ ਟਰਮ, ਜਿਹੜਾ ਕਾਂਸਟੈਂਟ ਆ c ਹੋ ਗਿਆ, ਕਾਂਸਟੈਂਟ ਦੇ ਉੱਤੇ ਇਫੈਕਟ ਕੋਈ ਨਹੀਂ ਪਿਆ ਹੈਗਾ, ਕਾਂਸਟੈਂਟ ਸਿੱਧੀ ਟਰਮ ਬਾਹਰ ਆ ਗਈ ਤੇ ਇੱਥੇ ਕੀ ਬਚਣਾ 1। 1 ਜਿਹੜਾ ਹੈ ਉਹਨੂੰ ਮੈਂ ਲਿਖ ਸਕਦਾ x ਦੀ ਪਾਵਰ 0। ਦੇਖੋ ਕਾਂਸਟੈਂਟ ਬਾਹਰ ਕੱਢ ਲਿਆ, ਅੰਦਰ ਕੀ ਬਚਿਆ ਸੀਗਾ 1। 1 ਕਿਸੇ ਦੀ ਪਾਵਰ 0 ਹੋ ਗਿਆ, ਆਨਸਰ ਕੀ ਹੁੰਦਾ 1। ਇਹਦੀ ਪਾਵਰ 0 ਆ, ਠੀਕ ਆ, ਇਹਦੀ ਪਾਵਰ 0 ਲਿਖਤੀ। ਹੁਣ ਇਹਦੇ ਤੇ ਕਿਹੜਾ ਰੂਲ ਲਗਾ ਦੇਣਾ, ਆਹ ਵਾਲਾ ਜਿਹੜਾ ਸਾਡਾ ਬੇਸਿਕ ਰੂਲ ਆ, ਪਾਵਰ ਰੂਲ। c ਜਿਹੜੇ ਏਦਾਂ ਹੀ ਪਹਿਲਾਂ ਕੀ ਹੋਣਾ, ਪਾਵਰ ਅੱਗੇ 0 ਤੇ x ਦੀ ਪਾਵਰ ਕਿੰਨਾ ਆ ਜਾਣਾ 0 -1, ਆਹੀ ਆ ਜਾਣਾ। ਆਹ ਦੇਖੋ 0 ਆ, 0 ਦੇ ਨਾਲ ਕਿਸੇ ਟਰਮ ਨੂੰ ਮਲਟੀਪਲਾਈ ਕੀਤਾ, ਆਨਸਰ ਕੀ ਰਹਿ ਜਾਣਾ 0। ਇਸ ਕਰਕੇ ਕਾਂਸਟੈਂਟ ਦਾ ਹਮੇਸ਼ਾ ਡੈਰੀਵੇਟਿਵ ਕੀ ਆਉਂਦਾ ਆ 0 ਹੀ ਆਉਂਦਾ ਆ। ਅੰਡਰਸਟੈਂਡ? ਇਹਦਾ ਤੁਸੀਂ ਸਕਰੀਨਸ਼ਾਟ ਲਓ ਫਾਰਮੂਲਿਆਂ ਦਾ। ਨੈਕਸਟ ਆਪਾਂ ਕੰਮ ਕਰਦੇ ਹਾਂ। ਓਕੇ ਸਟੂਡੈਂਟਸ, ਇਹ ਤਾਂ ਸੀਗੇ ਜਿਹੜੇ ਤੁਸੀਂ +1 ਦੇ ਵਿੱਚ ਬੇਸਿਕ ਫਾਰਮੂਲੇ ਡੈਰੀਵੇਟਿਵ ਦੇ ਕੀਤੇ ਆ, ਠੀਕ ਹੈ। ਇਸ ਤੋਂ ਇਲਾਵਾ ਹੁਣ ਇਹਨਾਂ ਫਾਰਮੂਲਿਆਂ ਨੂੰ ਅਸੀਂ ਮੋਡੀਫਾਈ ਕਰ ਦਿੰਨੇ ਆ। ਜੇ ਸਾਡੇ ਕੋਲ ਇਹ ਜਿਹੜੇ x ਦੇ ਫੰਕਸ਼ਨ ਨਾ ਹੋਵੇ, ਜਿਸ ਤਰ੍ਹਾਂ ਆਹ ਵਾਲਾ ਸਮ ਆ ax + b ਦੀ ਹੋਲ ਪਾਵਰ n, ax + b ਦੀ ਹੋਲ ਪਾਵਰ n ਵਾ, ਜੇ ਸਾਡੇ ਕੋਲ ਇਸ ਤਰ੍ਹਾਂ ਦਾ ਹੋਵੇ
ਤਾਂ ਫਿਰ ਅਸੀਂ ਇਹਦੇ ਤੇ ਕਿਸ ਤਰ੍ਹਾਂ ਫਾਰਮੂਲਾ ਲਾਈਦਾ ਡੈਰੀਵੇਟਿਵ ਦਾ ਕਿ ਪਾਵਰ ਅੱਗੇ ਬੇਸਿਕ ਉਹੀ ਪਾਵਰ ਅੱਗੇ ax b ਦੀ ਪਾਵਰ ਕਿੰਨੀ ਆ ਜਾਣੀ n 1 ਇੱਕ ਪਾਵਰ ਘਟ ਗਈ ਇਨਟੂ ਡੈਰੀਵੇਟਿਵ ਮਤਲਬ ਮਲਟੀਪਲਾਈ ਦੇ ਵਿੱਚ ਡੈਰੀਵੇਟਿਵ ਕਿਹਦਾ ਕਰਨਾ ਆ ਪਾਵਰ ਛੱਡਦਾ ਨਹੀਂ ਅੰਦਰ ਵਾਲੀ ਕੱਲੀ ਟਰਮ ਦਾ ਅੰਦਰ ਵਾਲੀ ਦਾ ਕੱਲੀ ਅੰਦਰ ਵਾਲੀ ਟਰਮ ਦਾ ਡੈਰੀਵੇਟਿਵ ਹੋਏਗਾ ਮਤਲਬ n ax b ਦੀ ਪਾਵਰ n 1 ਐਜ਼ ਇਟ ਇਜ਼ ਡੈਰੀਵੇਟਿਵ ਇਹਦਾ ਕੱਲੇ ਦਾ ਕਿੰਨਾ ਹੋਣਾ ਹੈ ਧਿਆਨ ਨਾਲ ਸਮਝੋ ਹੁਣ ਇਹਦਾ ਕੱਲੇ ਦਾ ਡੈਰੀਵੇਟਿਵ ਆ ਡੈਰੀਵੇਟਿਵ ਆ ਪਹਿਲਾ ਡੈਰੀਵੇਟਿਵ ਕਿਹਦਾ ਹੋਣਾ ਆ ax ਦਾ ਕਿਹਦਾ ਡੈਰੀਵੇਟਿਵ ax ਦਾ ਵਿਚਕਾਰ ਸਾਈਨ ਕੀ ਆ ਪਲੱਸ ਡੈਰੀਵੇਟਿਵ ਕਿਹਦਾ ਹੋਣਾ b ਦਾ ਆ ਚੀਜ਼ ਪਤਾ ਲੱਗ ਗਈ ਉਸ ਤੋਂ ਬਾਅਦ ਆਹ ਵਾਲੀ ਟਰਮ ਐਜ਼ ਇਟ ਇਜ਼ ਚੱਲਦੀ ਪਈ ਆ ax b ਦੀ ਪਾਵਰ n 1 ਠੀਕ ਹੈ ਇਹ ਕੀ ਆ ਕਾਂਸਟੈਂਟ ਆ ਮਲਟੀਪਲਾਈ ਦੇ ਵਿੱਚ ਜੇ ਕੋਈ ਕਾਂਸਟੈਂਟ ਟਰਮ ਹੋਵੇ ਤਾਂ ਉਹਦੇ ਤੇ ਡੈਰੀਵੇਟਿਵ ਦਾ ਕੋਈ ਇਫੈਕਟ ਨਹੀਂ ਪੈਂਦਾ ਹੈਗਾ ਡੈਰੀਵੇਟਿਵ ਕੱਲਾ ਕਿਹਦਾ ਆ ਜਾਂਦਾ ਅੰਦਰ ਨਾਲ ਵਾਲੀ ਟਰਮ ਦਾ ਨਾਲ ਕੌਣ ਆ x ਮਤਲਬ ਡੈਰੀਵੇਟਿਵ ਉਹ ਕੱਲਾ ਕਿਹਦਾ ਰਹਿ ਗਿਆ x ਦਾ ਪਲੱਸ b ਕੀ ਆ ਕਾਂਸਟੈਂਟ ਆ ਡੈਰੀਵੇਟਿਵ ਕਾਂਸਟੈਂਟ ਦਾ ਕੀ ਆ ਹੁਣੇ ਕਰਕੇ ਹਟੇ ਆ 0 ਹੁੰਦਾ ਆ ਓਕੇ ਇਹ ਚੀਜ਼ ਆ ਗਈ ਹੁਣ ਡੈਰੀਵੇਟਿਵ ਆਫ x ਦਾ ਡੈਰੀਵੇਟਿਵ x ਦੇ ਵਿਦ ਰਿਸਪੈਕਟ ਟੂ ਕਰ ਰਹੇ ਆ ਤਾਂ ਇਹਦਾ ਆਨਸਰ ਕਿੰਨਾ ਹੁੰਦਾ 1 ਹੁੰਦਾ ਆ ਉਹ 1 ਕਿੱਥੋਂ ਬਣਿਆ ਧਿਆਨ ਨਾਲ ਸਮਝੋ ਇਹਦੀ ਪਾਵਰ ਕੀ ਆ 1 ਜਿਹਦੀ ਪਾਵਰ 1 ਆ ਹੁਣ ਇਹਦਾ ਆਨਸਰ 1 ਕਿਸ ਤਰ੍ਹਾਂ ਆਇਆ ਪਾਵਰ ਰੂਲ 1 1 ਪਾਵਰ 1 ਘਟਾਉਣੀ ਵੀ ਆ ਕਿਸੇ ਦੀ 1 1 ਕੀਤਾ ਕਿ ਪਾਵਰ ਕੀ ਆ ਗਈ 0 ਕਿਸੇ ਦੀ ਪਾਵਰ 0 ਦਾ ਆਨਸਰ ਕੀ ਹੁੰਦਾ 1 ਇਸ ਕਰਕੇ x ਦਾ ਵਿਦ ਰਿਸਪੈਕਟ ਟੂ x ਡੈਰੀਵੇਟਿਵ ਆ ਉਹ ਕੀ ਰਹਿਣਾ ਆ 1 ਰਹਿਣਾ ਆ ax b ਦੀ ਪਾਵਰ n 1 ਮਤਲਬ ਇਹਦਾ ਕਿੰਨਾ ਰਹਿ ਗਿਆ a 1 0 ਖਤਮ ਹੋ ਗਿਆ ਇਹਨੂੰ ਛੱਡ ਦੋ ਮਤਲਬ ਇਹਦਾ ਆਨਸਰ ਫਾਈਨਲ ਆਨਸਰ ਕੀ ਆ ਗਿਆ a n ax b ਦੀ ਪਾਵਰ n 1 ਆ ਤੁਹਾਡੇ ਕੋ ਆਨਸਰ ਆਇਆ ਇਹਦਾ ਡੈਰੀਵੇਟਿਵ ਆ ਵਾਲਾ ਬਣਿਆ ਓਕੇ ਹੁਣ ਇਹ ਮੈਂ ਤਾਂ ਕਰਵਾ ਰਹੇ ਆ ਕਿਉਂਕਿ ਇਹੀ ਬੇਸਿਕ ਸਾਡਾ ਜਿਹੜਾ ਪਲੱਸ 2 ਦੇ ਮੈਥ ਵਾ ਸਟਾਰਟਿੰਗ ਹੀ ਇੱਥੋਂ ਆ ਇਸ ਕਨਸੈਪਟ ਨੂੰ ਅਸੀਂ ਬੋਲਦੇ ਆ ਚੇਨ ਰੂਲ ਠੀਕ ਹੈ ਚੇਨ ਰੂਲ ਲਗਾ ਕੇ ਤੁਸੀਂ ਸਮ ਕਰਨੇ ਆ ਇਹਦਾ ਸਕਰੀਨਸ਼ਾਟ ਤੁਸੀਂ ਲੈ ਲਓ ਠੀਕ ਹੈ ਤੇ ਉਸ ਤੋਂ ਬਾਅਦ ਨੈਕਸਟ ਵੇਖੋ ਹੁਣ ਇਹਨਾਂ ਫਾਰਮੂਲਿਆਂ ਨੂੰ ਮੋਡੀਫਾਈ ਕਰ ਰਿਹਾ ਮੈਂ ਮਤਲਬ x ਦੀ ਜਗ੍ਹਾ u ਲੈ ਰਹੇ ਆ ਡੈਰੀਵੇਟਿਵ ਆਫ u ਦੀ ਪਾਵਰ n ਰੂਲ ਉਹੀ ਆ n ਅੱਗੇ u ਦੀ ਪਾਵਰ ਕਿੰਨੀ ਰਹਿ ਜਾਣੀ n 1 ਇਨਟੂ ਡੈਰੀਵੇਟਿਵ ਨਾਲ u ਦਾ ਪਾਵਰ ਛੱਡ ਦੇਣੀ ਆ ਕਹਿਣ ਦਾ ਭਾਵ ਕੀ ਆ ਪਾਵਰ ਛੱਡ ਦੇਣੀ ਆ ਅੰਦਰ ਵਾਲੀ ਟਰਮ ਦਾ ਇਕੱਲੇ ਦਾ ਡੈਰੀਵੇਟਿਵ ਆਫ e ਦੀ ਪਾਵਰ u ਦਾ e ਦੀ ਪਾਵਰ u ਦਾ ਡੈਰੀਵੇਟਿਵ e ਦੀ ਪਾਵਰ u ਰੂਲ ਉਹੀ ਆ e ਦੀ ਪਾਵਰ u ਆ ਜਾਣਾ ਇਨਟੂ ਡੈਰੀਵੇਟਿਵ u ਦਾ ਹਾਂਜੀ ਡੈਰੀਵੇਟਿਵ ਆਫ log u ਕਿਹਦੇ ਕੋਲੂਗਾ log ਦਾ ਡੈਰੀਵੇਟਿਵ ਕੀ ਹੁੰਦਾ ਪ੍ਰੋਪਰਟੀ ਉਹੀ ਰਹਿਣੀ ਹੈ log ਦਾ ਡੈਰੀਵੇਟਿਵ 1 ਓਵਰ ਜੋ ਵੀ ਅੰਦਰ ਹੈਗਾ ਜੋ ਅੰਦਰ ਕੌਣ ਸੀਗਾ u 1 ਓਵਰ u ਆ ਗਿਆ ਇਨਟੂ ਡੈਰੀਵੇਟਿਵ u ਦਾ ਓਕੇ ਇਦਾਂ ਹੀ ਡੈਰੀਵੇਟਿਵ a ਦੀ ਪਾਵਰ u ਦਾ a ਦੀ ਪਾਵਰ u ਦਾ ਡੈਰੀਵੇਟਿਵ a ਦੀ ਪਾਵਰ u ਇਦਾਂ ਹੀ ਇਨਟੂ ਡੈਰੀਵੇਟਿਵ ਨਾਲ ਕੀ ਆ ਜਾਣਾ log log a ਇਨਟੂ ਡੈਰੀਵੇਟਿਵ u ਦਾ ਕਹਿਣ ਦਾ ਭਾਵ ਕੀ ਆ ਕਿ ਜੇ x ਦੀ ਜਗ੍ਹਾ ਕੋਈ ਹੋਰ ਵੈਲਿਊ ਹੋਵੇ ਰੂਲ ਬੇਸਿਕ ਉਹੀ ਰਹਿਣੇ ਆ ਫਾਰਮੂਲੇ ਵਾਲੇ ਰੂਲ ਉਹੀ ਰਹਿਣੇ ਆ ਪਰ ਇਨਟੂ ਡੈਰੀਵੇਟਿਵ ਪਾਵਰ ਛੱਡ ਦੇਣੀ ਆ ਠੀਕ ਆ ਜੋ x ਦੀ ਜਗ੍ਹਾ ਜਿਹੜੀ ਵੀ ਟਰਮ ਹੈਗੀ ਇਨਟੂ ਉਹਦਾ ਡੈਰੀਵੇਟਿਵ ਕਰੀ ਜਾਣਾ This is known as chain rule ਇਹਨੂੰ ਕਨਸੈਪਟ ਨੂੰ ਅਸੀਂ ਚੇਨ ਰੂਲ ਬੋਲਦੇ ਆ ਚੇਨ ਰੂਲ ਨੂੰ ਇੱਕ ਹੋਰ ਤਰੀਕੇ ਨਾਲ ਵੀ ਕਰਦੇ ਆ ਜਿਹੜਾ ਤੁਹਾਡੇ ਸਮ ਦੇ ਵਿੱਚ ਆ ਧਿਆਨ ਨਾਲ ਦੇਖੋ ਮੈਂ ਇੱਕ ਸਮ ਕਰਕੇ ਦਿਖਾਉਣਾ ਫਿਰ ਤੁਹਾਨੂੰ ਸਮਝ ਲੱਗੇਗੀ
ਹਾਲੇ ਮੈਂ ਟ੍ਰਿਗੋਨੋਮੈਟਰੀ ਫੰਕਸ਼ਨਸ ਤੇ ਨਹੀਂ ਆਇਆ ਹੈਗਾ, ਉਹ ਬਾਅਦ ਦੇ ਵਿੱਚ ਕਰਦੇ ਆ, ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਉਹਦਾ ਟ੍ਰਿਗੋਨੋਮੈਟਰੀ ਫੰਕਸ਼ਨਸ ਦਾ। ਮੰਨ ਲਓ ਤੁਹਾਨੂੰ ਸਮ ਦੇਤਾ y ਇਕੁਅਲ ਟੂ 3x ਸਕੁਅਰ ਪਲੱਸ 5x ਮਾਈਨਸ 1 ਦੀ ਪਾਵਰ 4 ਆ। ਉਹ ਕਹਿੰਦੇ ਕਿ ਇਹਦਾ ਡੈਰੀਵੇਟਿਵ ਕਰੋ। ਠੀਕ ਆ, ਤੁਸੀਂ ਕਿੱਦਾਂ ਕਰ ਸਕਦੇ ਆ, ਲੈਟ, ਠੀਕ ਹੈ, ਮੈਂ ਇਹਨੂੰ ਦੋ ਤਰੀਕਿਆਂ ਨਾਲ ਕਰਕੇ ਦਿਖਾਉਣਾ, ਡਾਇਰੈਕਟ ਵੀ ਕਰਕੇ ਦਿਖਾਉਣਾ। ਪਹਿਲਾਂ ਤੁਸੀਂ ਕੀ ਲਿਖਣਾ, ਡਿਫਰੈਂਸ਼ੀਏਟ ਔਨ ਬੋਥ ਸਾਈਡਸ ਵਿਦ ਰਿਸਪੈਕਟ ਟੂ ਕਿਹਦੇ, x ਦੇ, dy by dx is equal to dy by d over dx of 3x square plus 5x minus 1 सारे की पावर 4। ठीक है, पावर रूल लगाओ, 4 अगे आ गया, डेरिवेटिव किधर रह गया, d over dx of सॉरी 4 अगे, इथे कितना रह गया 3x स्क्वायर प्लस 5x माइनस 1, पावर एक घटा देनी 4 माइनस 1, पावर एक घट गई, इनटू डेरिवेटिव ਇਹਦਾ पावर छड़ दो कल्ली अंदर वाली टर्म दा, अंदर वाली टर्म की है 3x स्क्वायर प्लस 5x माइनस 1। ओके, मतलब 4 ऐसे ही 3x स्क्वायर प्लस 5x माइनस 1 ਇਹਦਾ क्यूब आ गया। ठीक है, ਇਹਦਾ डेरिवेटिव की आना 3, क्योंकि 3 की कांस्टेंट आ, ये बाहर आ गए, ते डेरिवेटिव किहदा आ गया एक्स स्क्वायर प्लस ਇਹਦਾ 5 बाहर आ गए, डेरिवेटिव किहदा रह गया कल्ले x ਦਾ माइनस डेरिवेटिव किहदा आ गया 1 ਦਾ। मैं हाले शॉर्टकट नहीं लगा रहा, सीधे सीधे प्रॉपर सम कर रहे हैं ਤਾਂ ਕਿ ਤੁਹਾਨੂੰ ਪਹਿਲਾਂ ਸਮਝ ਲੱਗ ਜਵੇ ਕਿ ਅਸੀਂ रूल किस तरह लगा रहे हैं। फिर 4 ऐसे ही 3x स्क्वायर प्लस 5x माइनस 1 दी पावर 3 रह गया, ਤੇ ਇਹਦਾ ਕਿੰਨਾ ਆਨਸਰ ਆ ਜਾਣਾ 3 ऐसे ही x स्क्वायर ਦਾ ਡੈਰੀਵੇਟਿਵ 2x, x स्क्वायर ਦਾ ਡੈਰੀਵੇਟਿਵ 2x प्लस 5 ऐसे ही x ਦਾ ਡੈਰੀਵੇਟਿਵ 1, ਤੇ 1 ਕੀ ਹੈ ਕਾਂਸਟੈਂਟ, ਉਹਦਾ ਡੈਰੀਵੇਟਿਵ 0। ਆ ਦੇਖੋ ਇਹਦਾ ਡੈਰੀਵੇਟਿਵ x स्क्वायर ਦਾ ਕੀ ਆ ਗਿਆ 2x, x ਦਾ ਡੈਰੀਵੇਟਿਵ 1 ਦਾ ਡੈਰੀਵੇਟਿਵ 0। ठीक है जी, मतलब ਇਹਦਾ ਆਨਸਰ ਕਿੰਨਾ ਆ ਗਿਆ 4 3x स्क्वायर प्लस 5x माइनस 1 ਦਾ क्यूब ऐसे ही 3 दूनी 6x प्लस 5, दैट इज द आंसर। ठीक है, ਇਹ ਸੀਗਾ ਜਿੱਦਾਂ ਮਤਲਬ ਅਸੀਂ ਡਾਇਰੈਕਟ ਵੇ ਦੇ ਵਿੱਚ ਕੀਤਾ। ਹੁਣ ਜੇ ਇਸੇ ਕਨਸੈਪਟ ਨੂੰ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਸਮਝਣ ਦੇ ਲਈ। ਹੁਣ ਜੇ ਇਸੇ ਸਮ ਨੂੰ ਮੈਂ ਚੇਨ ਰੂਲ ਦੇ ਅਕੋਰਡਿੰਗ ਕਰਨਾ ਹੋਵੇ ਤਾਂ ਉਹਨੂੰ ਮੈਂ ਕਿਸ ਤਰ੍ਹਾਂ ਕਰਾਂਗਾ, ਤਾਂ ਉਹ ਵੀ ਧਿਆਨ ਨਾਲ ਦੇਖੋ। ਚੇਨ ਰੂਲ ਦੇ ਵਿੱਚ ਕੀ ਕਰਨਾ, ਲੈਟ y ਇਕੁਅਲ ਟੂ u ਜਾਂ t ਕੁਝ ਹੋਰ ਫੰਕਸ਼ਨ ਕਰ ਲੈਣਾ u ਦੀ ਪਾਵਰ 4, ਲੈਟ y ਇਕੁਅਲ ਟੂ u ਦੀ ਪਾਵਰ 4, ਮੈਂ u ਲੈ ਸਕਦੇ ਹਾਂ, t ਲੈ ਸਕਦੇ ਹਾਂ, ਕੁਝ ਹੋਰ, ਵੇਅਰ u ਕਿਹਦੇ ਬਰਾਬਰ ਆ, ਜੋ ਅੰਦਰ ਵਾਲੀ ਟਰਮ ਸੀਗੀ, ਪਾਵਰ ਛੱਡ ਕੇ ਅੰਦਰ ਵਾਲੀ ਟਰਮ ਨੂੰ ਹੀ u ਪੁੱਟ ਕਰ ਲਈਦਾ ਆ, मतलब पावर छाड़ देनी, अंदर वाली टर्म नू ही जू लिख देना। ओके, हुण डिफरेंशिएट विद रिस्पेक्ट टू ਇਹਨੂੰ ਕਿਹਦੇ ਕਰਨਾ ਆ u ਦੇ, ਇਸ ਟਰਮ ਨੂੰ ਵਿਦ ਰਿਸਪੈਕਟ ਟੂ u ਡੈਰੀਵੇਟਿਵ ਕਰਨਾ, ਤੇ ਇਹਨੂੰ ਡਿਫਰੈਂਸ਼ੀਏਟ ਵਿਦ ਰਿਸਪੈਕਟ ਟੂ x ਕਰਨਾ। ਧਿਆਨ ਨਾਲ ਸਮਝੋ ਕਿਉਂ ਇਸ ਤਰ੍ਹਾਂ ਕੀਤਾ, ਕਿਉਂਕਿ y ਕਿਹਦਾ ਫੰਕਸ਼ਨ ਹੈ u ਦਾ, u ਕਿਹਦਾ ਫੰਕਸ਼ਨ ਹੈਗਾ ਹਾਂ x ਦਾ, ਇਸ ਕਰਕੇ u ਵਾਲੇ ਟਰਮ ਨੂੰ ਡੈਰੀਵੇਟਿਵ ਵਿਦ ਰਿਸਪੈਕਟ ਟੂ x ਕਰ ਦੇਣਾ, y ਵਾਲੀ ਟਰਮ ਨੂੰ ਵਿਦ ਰਿਸਪੈਕਟ ਟੂ u ਕਰ ਦੇਣਾ। ਓਕੇ, ਤੇ ਇਧਰ ਫਿਰ ਡੈਰੀਵੇਟਿਵ y ਦਾ ਵਿਦ ਰਿਸਪੈਕਟ ਟੂ u ਕੀਤਾ, dy by du is equal to ਪਾਵਰ ਰੂਲ ਲਗਾ ਦੇਣਾ, u ਦੀ ਪਾਵਰ 4 ਸੀਗਾ, ਇਸ ਤਰ੍ਹਾਂ ਰੂਲ ਲੱਗੇਗਾ 4 ਅੱਗੇ, u ਦੀ ਪਾਵਰ ਕਿੰਨੀ ਰਹਿ ਜਾਣੀ 3। ਹੁਣ ਇਹਦੇ ਵਿੱਚ ਤੁਸੀਂ ਤੁਹਾਡਾ ਕੁਐਸਚਨ ਹੋਣਾ ਕਿ ਸਰ ਇਹਦੇ ਵਿੱਚ ਕੀ ਅਸੀਂ du by dx ਲਿਖਾਂਗੇ, ਨਾਟ, ਇਹ ਚ ਨਹੀਂ ਲਿਖ ਸਕਦੇ। ਕਿਉਂ,
ਕੱਲ ਨਹੀਂ ਲਿਖਣਾ। ਉਹਦਾ ਰੀਜ਼ਨ ਕੀ ਆ, ਕਿਉਂਕਿ ਮੇਰੇ ਕੋਲ ਫੰਕਸ਼ਨ ਕਿਹਦਾ ਸੀਗਾ, u ਦਾ। ਮੈਂ ਡੈਰੀਵੇਟਿਵ ਕਿਹਦੇ ਵਿਦ ਰਿਸਪੈਕਟ ਟੂ ਕਰ ਰਿਹਾ, u ਹੀ ਕਰ ਰਿਹਾ। ਜਦੋਂ ਸੇਮ ਫੰਕਸ਼ਨ ਹੋਵੇ, ਸੇਮ ਟਰਮ ਦੇ ਵਿਦ ਰਿਸਪੈਕਟ ਟੂ ਡੈਰੀਵੇਟਿਵ ਕਰੀਏ, ਫਿਰ ਸਾਨੂੰ ਉਹ ਚੀਜ਼ ਲਿਖਣ ਦੀ ਲੋੜ ਨਹੀਂ ਜੋ ਸਾਡਾ ਜਿੱਦਾਂ ਮਤਲਬ x ਦੇ ਲਈ ਰੂਲ ਆ, ਸੇਮ ਉਹੀ ਰੂਲ ਲੱਗਣਾ। ਮਤਲਬ ਇੱਥੇ ਇਹਨੂੰ ਨੰਬਰ 1 ਦੇ ਕੇ ਛੱਡ ਦਈਦਾ ਹੈ ਬਸ। ਕਿਹਦੀ ਵੈਲਿਊ ਹੈ, dy by du ਦੀ ਆ। ਇਸੇ ਤਰ੍ਹਾਂ ਹੁਣ ਇੱਧਰ ਵਾਲੇ ਨੂੰ ਵੀ ਕਰ ਲਓ। ਇਹਨੂੰ ਕਿਹਦੇ ਵਿਦ ਰਿਸਪੈਕਟ ਟੂ ਕਰਨਾ, x ਦੇ। ਧਿਆਨ ਨਾਲ ਸਮਝਿਓ। ਹੁਣ du by dx ਆ ਜਾਣਾ ਇਜ਼ ਇਕੁਅਲ ਟੂ ਕਿਹਦੇ ਹੋਣਾ, ਇਹ ਡੈਰੀਵੇਟਿਵ 3x²। ਮੈਂ ਹਲੇ ਪੂਰਾ ਲਿਖ ਰਿਹਾ, ਸ਼ਾਰਟਕਟ ਨਹੀਂ ਲਗਾ ਰਿਹਾ, ਇਸ ਕਰਕੇ ਤੁਸੀਂ ਵੀ ਸਟਾਰਟਿੰਗ ਦੇ ਵਿੱਚ ਸ਼ਾਰਟਕਟ ਨਹੀਂ ਲਗਾਉਣੇ। ਜਦੋਂ ਤੁਹਾਨੂੰ ਸਮ ਕਰਨੇ ਆ ਜਾਣੇ ਆ, ਡੈਰੀਵੇਟਿਵ ਪ੍ਰੋਪਰ ਵੇ ਦੇ ਵਿੱਚ ਅਪਲਾਈ ਕਰਨਾ ਆ ਜਾਣਾ ਆ, ਦੈਨ ਤੁਸੀਂ ਜਦੋਂ ਮਰਜ਼ੀ ਸ਼ਾਰਟਕਟ ਲਗਾ ਕੇ ਸਮ ਨੂੰ ਕਰ ਸਕਦੇ ਆ। ਪਰ ਸਟਾਰਟਿੰਗ ਦੇ ਵਿੱਚ ਸ਼ਾਰਟਕਟ ਨਾ ਲਗਾਓ। ਇੱਥੇ ਕੀ ਆ ਜਾਣਾ, 3 ਅੱਗੇ ਡੈਰੀਵੇਟਿਵ ਕਿਹਦਾ ਆ ਜਾਣਾ, x² ਦਾ, ਪਲੱਸ 5 ਅੱਗੇ ਡੈਰੀਵੇਟਿਵ ਕਿਹਦਾ ਆ ਜਾਣਾ, x ਦਾ, ਮਾਈਨਸ 1 ਦਾ ਡੈਰੀਵੇਟਿਵ। ਠੀਕ ਹੈ। ਤੇ ਇੱਥੇ ਕੀ ਆ ਜਾਣਾ, 3x² ਦਾ ਡੈਰੀਵੇਟਿਵ, 2x ਪਲੱਸ 5 ਏਦਾਂ ਹੀ, x ਦਾ ਡੈਰੀਵੇਟਿਵ 1 ਤੇ ਇਹਦਾ 1 ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ x, ਕਿਉਂਕਿ 1 ਕੀ ਆ ਕਾਂਸਟੈਂਟ, ਇਹਦਾ ਡੈਰੀਵੇਟਿਵ ਕੀ ਆ ਜਾਣਾ 0। ਮਤਲਬ 3 ਏਦਾਂ ਹੀ, x² ਦਾ ਡੈਰੀਵੇਟਿਵ 2x, 5 ਏਦਾਂ ਹੀ, x ਦਾ ਡੈਰੀਵੇਟਿਵ 1 ਤੇ 1 ਦਾ ਡੈਰੀਵੇਟਿਵ 0। ਠੀਕ ਆ। ਮਤਲਬ du by dx ਦੀ ਵੈਲਿਊ ਪੁੱਤ ਕਿੰਨੀ ਆ ਗਈ, 3 ਦੂਣੀ 6 x ਪਲੱਸ 5। ਇਹਨੂੰ ਨੰਬਰ 2 ਦੇ ਦਿਓ। ਠੀਕ ਆ। ਹੁਣ ਸਾਨੂੰ ਸਟੇਟਮੈਂਟ ਦੇ ਵਿੱਚ ਕੀ ਕਿਹਾ ਸੀਗਾ ਕਿ ਫਾਈਂਡ dy by dx। dy by dx ਫਾਈਂਡ ਕਰਨ ਨੂੰ ਕਿਹਾ। ਠੀਕ ਹੈ। ਜੇ ਸਾਨੂੰ dy by dx ਫਾਈਂਡ ਕਰਨ ਨੂੰ ਕਿਹਾ ਤਾਂ ਹੁਣ dy by dx ਕਿਹਦੇ ਇਕੁਅਲ ਹੋਊਗਾ, ਅਕੋਰਡਿੰਗ ਟੂ ਚੇਨ ਰੂਲ। ਇਹਦਾ ਨਾਮ ਕੀ ਆ, ਚੇਨ ਰੂਲ। dy by dx ਕਿਹਦੇ ਇਕੁਅਲ ਹੋਊਗਾ, dy by du ਜਿਹਨੂੰ ਤੁਸੀਂ ਕੈਲਕੂਲੇਟ ਕੀਤਾ ਇਨਟੂ du by dx ਇਨਟੂ du by dx ਬਰਾਬਰ ਦੋਨਾਂ ਦੀ ਵੈਲਿਊ ਫਰੋਮ 1 ਐਂਡ 2 ਪੁੱਟ ਕਰ ਦੋ। ਇਹਦੀ ਵੈਲਿਊ 4 u3, ਇਹਦੀ ਵੈਲਿਊ 6x plus 5। ਆ ਦੇਖੋ ਸਮਝ ਲੱਗ ਗਈ। ਹੁਣ 4, ਕਿਉਂਕਿ ਜਦੋਂ ਵੀ ਤੁਸੀਂ ਆਪਣੇ ਕੋਲੋਂ ਕੋਈ ਟਰਮ u ਆਪਣੇ ਕੋਲੋਂ ਲਿਆਂਦੀ ਸੀ ਕਿ ਤੁਸੀਂ ਜਦੋਂ ਵੀ ਕੋਈ ਟਰਮ ਤੁਸੀਂ ਆਪਣੇ ਕੋਲੋਂ ਇੰਟਰੋਡਿਊਸ ਕਰਾਉਨੇ ਆ ਸਟੇਟਮੈਂਟ ਦੇ ਅੰਦਰ, ਤਾਂ ਉਹਨੂੰ ਹਮੇਸ਼ਾ ਲਿਮਿਨੇਟ ਕਰਨਾ ਹੁੰਦਾ ਆ। ਉਹਨੂੰ ਲਿਮਿਨੇਟ ਪੁੱਤ ਕਿਸ ਤਰ੍ਹਾਂ ਕਰੋਗੇ, ਉਹਦੀ ਵੈਲਿਊ ਪੁੱਟ ਕਰ। ਉਹਦੀ ਵੈਲਿਊ u ਦੀ ਵੈਲਿਊ ਕੀ ਸੀਗੀ, 3x² plus 5x minus 1। ਮਤਲਬ 3x² plus 5x minus 1 ਇਹਦਾ ਕੀ ਆ ਜਾਣਾ ਹੋਲ ਕਿਊਬ ਨਾਲ 6x plus 5। ਜੋ ਆਨਸਰ ਪਿਛਲੇ ਦੇ ਵਿੱਚ ਆਇਆ ਸੀਗਾ ਉਹੀ ਆਨਸਰ ਇਹਦੇ ਵਿੱਚ ਆਇਆ। ਓਕੇ, ਇਹਦਾ ਸਕਰੀਨਸ਼ਾਟ ਲੈ ਲਓ। ਓਕੇ, ਅੱਜ ਦਾ ਇੱਕ ਲਾਸਟ ਸਮ ਹੋਰ ਮੈਂ ਕਰਦਾ ਆ ਜਿਹਦੇ ਨਾਲ ਤੁਹਾਨੂੰ ਥੋੜਾ ਕਨਸੈਪਟ ਹੋਰ ਕਲੀਅਰ ਹੋਏਗਾ। ਜਿਸ ਤਰ੍ਹਾਂ ਆਹੀ ਵਾਲਾ ਸਮ ਦਿੱਤਾ ਹੋਇਆ y equal to 3x plus 1 over 3x minus 1 ਦਾ ਹੋਲ ਕਿਊਬ, find dy by dx। ਠੀਕ ਹੈ, ਤੁਸੀਂ ਇਹਨੂੰ ਡਾਇਰੈਕਟ ਕਰ ਲਓ। ਡਾਇਰੈਕਟ ਕਿਸ ਤਰ੍ਹਾਂ ਕਰੋਗੇ, ਡਿਫਰੈਂਸ਼ੀਏਟ with respect to x on both sides। ਆਹ ਵਰਡਿੰਗ ਜ਼ਰੂਰ ਲਿਖਣੀ ਹੁੰਦੀ ਹੈ ਕਿ ਤੁਸੀਂ ਕਿਹਦੇ with respect to ਡੈਰੀਵੇਟਿਵ ਕਰ ਰਹੇ ਆ। ਓਕੇ, dy by dx। ਮੈਂ ਫੇਰ ਨਹੀਂ ਸ਼ਾਰਟਕਟ ਲਗਾਣਾ, ਮੈਂ ਪੂਰਾ ਸਮ ਕਰਾਂਗਾ ਪ੍ਰੋਪਰ ਵੇ ਦੇ ਵਿੱਚ। 3x plus 1 over 3x minus 1 ਦਾ ਹੋਲ ਕਿਊਬ। ਠੀਕ ਹੈ, ਪਾਵਰ ਰੂਲ। ਪਹਿਲਾ ਪਾਵਰ ਰੂਲ ਲੱਗੇਗੀ, 3 ਅੱਗੇ ਆ ਜਾਣਾ, ਪਾਵਰ ਜੋ ਵੀ ਹੈਗੀ ਉਹ ਅੱਗੇ ਆ ਜਾਂਦੀ ਆ। ਅੰਦਰ ਕੀ ਬਚਣਾ, 3x plus 1 over 3x minus 1। ਇਹਦੀ ਪਾਵਰ ਕਿੰਨੀ ਰਹਿ ਜਾਣੀ ਆ, 2। ਇੱਕ ਪਾਵਰ ਘਟ ਗਈ। ਠੀਕ ਹੈ, ਪਾਵਰ ਰੂਲ ਇਹੀ ਆ ਕਿ ਪਾਵਰ ਅੱਗੇ ਤੇ ਇੱਕ ਪਾਵਰ ਘਟ ਜਾਣੀ ਆ। 3 ਪਾਵਰ ਸੀਗੀ, ਹੁਣ ਕਿੰਨੀ ਰਹਿ ਗਈ, 2 ਰਹਿ ਗਈ। ਇਨਟੂ ਡੈਰੀਵੇਟਿਵ, ਪਾਵਰ ਛੱਡ ਦੋ
अंदर वाली टर्म दा अंदर की है 3x + 1 ओवर 3x - 1 आ चीज हुण राजे ये केड़ी फॉर्म दा हो गया u/v u/v ते u/v दा डेरिवेटिव की हुंदा आ वटे वाली दा स्क्वायर आ गया ते नाल फिर की हो जांदा बटे वाली चीज ऐदां ही डेरिवेटिव u दा उपर वाली दा माइनस उपर वाली ऐदां ही डेरिवेटिव थल्ले वाली दा आ चीज ओही फार्मूला इत्थे लगा देना 3 आ वाले ऐदां ही 3x + 1 ओवर 3x - 1 इहनू नाल एज इट इज कैरी करी जाई जा मल्टीप्लाई च ठीक है ਇਹਦੇ ਤੇ ਜਿਹੜਾ ਰੂਲ ਬਣਦਾ ਉਹ ਲਗਾ ਦੇਣਾ ਕਿਹੜਾ ਰੂਲ ਆ 3x - 1 ਦਾ ਹੋਲ ਸਕੁਅਰ मतलब बटे वाली ਦਾ ਸਕੁਅਰ फिर बटे वाली टर्म ऐदां ही डेरिवेटिव उपर वाली दा 3x + 1 दा विचकार साइन केड़ा माइनस दा ठीक है फिर उपर वाली टर्म ऐदां ही 3x + 1 ऐदां ही डेरिवेटिव केदा 3x - 1 थल्ले वाली दा आ चीज आ गई हुण ध्यान नाल समझियो 3 ऐदां ही (3x + 1 ओवर 3x - 1 दा होल स्क्वायर एज इट इज आ बटे दे विच जो सीगा 3x - 1 दा होल स्क्वायर ध्यान नाल देखो 3x - 1 ऐदां ही 3x + 1 दा डेरिवेटिव 3x + 1 दा डेरिवेटिव हुण मैं इधर रफ दे विच करन लगा थोड़ा जिहा 3x + 1 दा डेरिवेटिव की होगा 3 ऐदां ही डेरिवेटिव केदा रह जाना x दा प्लस डेरिवेटिव 1 दा ध्यान नाल समझो 3 ऐदां ही x दा डेरिवेटिव 1 ते 1 दा डेरिवेटिव 0 क्योंकि 1 की है कांस्टेंट मतलब ਇਹਦਾ आंसर की आ जाना 3 मतलब ਇਹਦਾ आंसर मैं की ਨਾਲ लिख दूंगा 3 मैं रफ ਦੇ ਵਿੱਚ ਇਹਦਾ डेरिवेटिव कर लिया इदां ही -3x + 1 ऐदां ही इधर राजे ਇਹਦੇ ਵਿੱਚ देखो ਇਹਦੇ ਵਿੱਚ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਇੱਕ ਸਿਰਫ ਮਾਈਨਸ ਦਾ ਫਰਕ ਹੈ ਇਹਦਾ मतलब ਇਹਦਾ ਕਿੰਨਾ ਆਨਸਰ ਆ ਜਾਣਾ ਇਹਦਾ ਵੀ 3 ਹੀ ਆਉਣਾ ਹੈ ठीक है सेम रूल आ मतलब आही चीज ਇੱਥੇ ਕੀ ਆ ਜਾਣਾ ਮਾਈਨਸ ਆ ਜਾਣਾ ਇੱਥੇ ਮਾਈਨਸ ਆ ਗਿਆ ਤੇ ਇੱਥੇ ਮਾਈਨਸ ਆ ਜਾਣਾ 0 ਨੂੰ ਪਲੱਸ ਕਰੋ ਜਾਂ ਮਾਈਨਸ ਕਰੋ ਕੋਈ ਫਰਕ ਥੋੜੀ ਪਿਆ ਇਸ ਕਰਕੇ ਇਹਦਾ ਆਨਸਰ ਵੀ 3 ਆ ਜਾਣਾ ਹੁਣ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਗਾਹਾਂ ਸੋਲਵ ਕਰਨਾ ਹੁੰਦਾ ਆ ਠੀਕ ਹੈ ਸੋਲਵ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਸੋਲਵ ਕਿਸ ਤਰ੍ਹਾਂ ਕਰਦੇ ਆ ਠੀਕ ਹੈ मैं ऊपर रेज कर देना स्टेटमेंट आ वाला 3 जेड़ा अगे सीगा वो इधर रह गया 3x + 1 ओवर 3x - 1 दा होल स्क्वायर जेड़ा आ वाला 3 सीगा h भी हैगा 3 कॉमन लेके 3 3 दा 9 बना लिए ठीक है फिर अंदर वाली ब्रैकेटां खोल दो 3x - 1 ये इदां ही आ माइनस दे नाल ब्रैकेट जो खुलनी आ ते सारे अंदरले साइन चेंज हो जाने 3x कादा सीगा प्लस दा सीगा ये कादा हो गया माइनस दा ते 1 कादा सीगा प्लस दा वो भी कादा हो गया माइनस दा ते बटे दे विच जो टर्म सीगी वो एज इट इज 3x + 1 दा सॉरी 3x - 1 दा होल स्क्वायर आ चीज 3x ना 3x कैंसिल हो गए क्योंकि एक प्लस दा सीगा एक माइनस दा सीगा ते माइनस माइनस प्लस हो गए कितना आ गया ये 9 ऐदां ही 3x + 1 ओवर 3x - 1 ਇਹਦਾ ਹੋਲ ਸਕੁਅਰ ਇਹਦਾ ਕਿੰਨਾ ਆ ਗਿਆ -2 ओवर 3x - 1 ਦਾ ਹੋਲ ਸਕੁਅਰ ਆ ਚੀਜ਼ ਹੁਣ ਰਾਜੇ ਤੁਸੀਂ ਇਹਨੂੰ ਫਰਦਰ ਹੋਰ ਵੀ ਸੋਲਵ ਕਰ ਸਕਦੇ ਆ ਜਿੱਦਾਂ 2 ਆ ਮਾਈਨਸ ਦਾ ਇਹਨੂੰ ਅੰਦਰ ਇਹਦੇ 9 ਦੇ ਨਾਲ ਮਲਟੀਪਲਾਈ ਕਰਤਾ ਮਾਈਨਸ ਤੇ 18 ਆ ਗਏ ਆ ਵੀ 3x - 2 1 ਵਾ ਉਹਦਾ ਹੋਲ ਸਕੁਅਰ ਆ ਵੀ 3x - 1 ਦਾ ਹੋਲ ਸਕੁਅਰ ਆ मतलब ਇਹਨੂੰ ਤੁਸੀਂ ਫਰਦਰ ਲਿਖ ਸਕਦੇ ਆ ध्यान ना समझो मतलब माइनस दे 18 3x + 1 दा होल स्क्वायर ਵੱਖਰਾ ਕਰਤਾ ਜਿਹੜਾ ਥੱਲੇ ਵਾਲਾ ਸੀ ਉਹਦਾ ਹੋਲ ਸਕੁਅਰ ਵੱਖਰਾ ਕਰਤਾ ਤੇ ਨਾਲ ਆ ਜਿਹੜੀ ਚੀਜ਼ ਹੈ 3x - 1 ਦਾ ਹੋਲ ਸਕੁਅਰ मतलब ਇਹਦਾ ਸਕੁਅਰ ਵੱਖਰਾ ਇਹ ਵੱਖਰਾ ਠੀਕ ਆ ਆ ਵੀ ਉਹੀ ਟਰਮ ਆ ਇਹ ਵੀ ਉਹੀ ਟਰਮ ਆ ਦੋਨਾਂ ਦੀ ਪਾਵਰ ਮੈਚ ਕਰਕੇ ਕਿੰਨੀ ਬਣ ਜਾਣੀ ਆ 4 ਬੇਸ ਸੇਮ ਪਾਵਰਸ ਐਡ ਹੋ ਜਾਣੀਆਂ
ਇਸ ਤਰ੍ਹਾਂ ਤੁਸੀਂ ਇਹ ਸਮ ਕਰਨੇ ਆ। ਓਕੇ, ਉਮੀਦ ਹੈ ਕਿ ਟੌਪਿਕ ਸਮਝ ਲੱਗ ਗਿਆ ਹੋਣਾ ਆ। ਥੈਂਕ ਯੂ। ਤੇ ਤੁਸੀਂ ਆਪ ਆਪਣੇ ਸਮ ਟਰਾਈ ਕਰੋ, ਇਹਦਾ ਸਕਰੀਨਸ਼ਾਟ ਲੈ ਲਓ ਤੁਸੀਂ।